ਅੱਛਾ ਮੀਆਂ ਸਾਹਿਬ ਇੱਕ ਹੁਣ ਦੱਸੋ, ਜਿਹੜਾ ਆਮ ਕਾਸ਼ਤਕਾਰ ਵਾਸਤੇ ਮੈਂ ਪੁੱਛਣ ਡਿਆ ਹਾਂ, ਜਿਹੜਾ ਲਿੰਬੂ ਤੁਸੀਂ ਤਿਆਰ ਕਰ ਰਹੇ ਆ 에ਅਰ ਲੇਅਰਿੰਗ ਦੇ ਨਾਲ ਸੀਡਲੈਸ, ਹਾਂ, ਉਹਦਾ ਪੌਦਾ ਕਿੰਨੇ ਕੁ ਦਾ ਦੇ ਦੋਗੇ? ਇਹ ਜਿਹੜੇ ਆਮ 에ਅਰ ਲੇਅਰਿੰਗ ਵਾਲੇ ਜਾਂ ਦੂਸਰੇ ਸੀਡਲੈਸ, ਇਹਨਾਂ ਦੇ ਰੇਟ ਹੈ ਨੇ 50 ਰੁਪਏ ਤੋਂ ਲੱਗ ਕੇ, ਜਿਹੜੇ ਆਮ ਇੱਥੇ ਦੇ ਹੈ ਨੇ 70 ਰੁਪਏ ਤੱਕ, ਕੋਈ ਬਹੁਤ ਜ਼ਿਆਦਾ ਮਹਿੰਗੇ ਨਹੀਂ ਹੈ। 50 ਤੋਂ 70। ਹਾਂਜੀ, ਮੀਆਂ ਸਾਹਿਬ ਪੱਤੋਕੀ ਵਾਲੇ 100 ਤੋਂ 120 ਰੁਪਏ ਦਾ ਦੇ ਰਹੇ ਆ, ਤੁਸੀਂ ਸਸਤਾ ਦੱਸ ਰਹੇ ਆ। ਪੱਤੋਕੀ 'ਚ ਵੀ ਮੇਰੇ ਖਿਆਲ ਇੰਨਾ ਰੇਟ ਨਹੀਂ ਹੈ। ਅੱਛਾ ਜੀ, ਤੇ ਉੱਥੇ ਵੀ ਇੰਨਾ ਕੀ ਰੇਟ ਹੈ, 50 60 70। ਚਲੋ ਇਹ ਹੋ ਗਿਆ ਉਹਦਾ। ਤੇ ਅਮਰੂਦ ਦਾ ਵੀ ਦੱਸੋ। ਅਮਰੂਦ ਦਾ ਰੇਟ ਹੈ ਜੀ 25, ਇਸ ਦਾ ਸਾਈਜ਼ ਦੇ ਹਿਸਾਬ ਨਾਲ ਹੈ, ਕਿਸਮ ਦੇ ਹਿਸਾਬ ਨਾਲ ਹੈ ਜੀ, ਤੇ 25 ਤਾਂ 100 ਰੁਪਏ ਤੱਕ ਹੈ। 25 ਤੋਂ 100 ਰੁਪਏ ਤੱਕ। ਹਾਂਜੀ, ਆਮ ਜਿਹੜਾ ਸਾਡਾ ਪਾਕਿਸਤਾਨੀ ਆ ਗੋਲਾ ਤੇ ਸਰਾਹੀ, ਉਹਦਾ ਦੱਸ ਦਿਓ। ਇਹ 20-25 ਰੁਪਏ ਤੱਕ ਆਰਾਮ। 20-25 ਰੁਪਏ ਤੱਕ ਅਮਰੂਦ ਮਿਲ ਜਾਏਗਾ। ਹਾਂਜੀ, ਤੇ ਜਿਹੜਾ ਤੁਸੀਂ ਸੀਡਲੈਸ ਚਾਈਨਾ ਵਾਲਾ ਲਿੰਬੂ ਮਿਲੇਗਾ ਤੁਹਾਡੇ ਤੋਂ? ਚਾਈਨਾ ਵਾਲਾ ਮੈਂ ਅੱਗੇ ਨਹੀਂ ਗ੍ਰਾਫਟ ਕੀਤਾ ਜੀ। ਅੱਛਾ ਜੀ, ਹੁਣ ਮੈਂ ਨਵੇਂ ਜਿਹੜੇ ਲੈਮਨ ਆਏ ਨੇ, ਜੈਸੇ ਕੀਫਰ ਲਾਈਮ ਹੈ, ਜੀ ਲੌਂਗ ਲਾਈਮ ਹੈ, ਫਿੰਗਰ ਲਾਈਮ ਹੈ, ਜੀ, ਬਲੱਡ ਲਾਈਮ ਹੈ, ਇਹ ਹੁਣ ਇਹਨਾਂ ਦੀ ਤਿਆਰੀ 'ਚ ਮੈਂ ਬਾਕੀ ਤੋਂ ਜ਼ਰਾ ਇਹ ਹੀ ਤਿਆਰ ਕਰਾਂ। ਅੱਛਾ ਲਿੰਬੂ ਜਿਹੜਾ ਹੈ ਹੁਣ ਇਸ ਵੇਲੇ ਸਤੰਬਰ ਜਿਹੜਾ ਆ ਅੱਧ ਆ ਗਿਆ, ਸਤੰਬਰ ਦਾ ਅੱਜ 16 ਹੋ ਗਈ ਹੈ, ਤੇ ਇੱਕ ਕਦੋਂ ਤੱਕ ਕਾਸ਼ਤ ਹੁੰਦਾ ਰਹੇਗਾ? ਸਤੰਬਰ, ਅਕਤੂਬਰ ਔਰ ਫਰਵਰੀ, ਮਾਰਚ, ਇਹ ਆਈਡਲ ਮਹੀਨੇ ਨੇ ਕਾਸ਼ਤ ਕਰਦੇ। ਸਤੰਬਰ, ਅਕਤੂਬਰ, ਫਰਵਰੀ, ਮਾਰਚ। ਫਰਵਰੀ, ਮਾਰਚ ਜੀ। ਅਮੂਮਨ ਮੀਆਂ ਸਾਹਿਬ ਸਾਡੇ ਲੋਕ ਜਿਹੜੇ ਕਣਕ ਬੀਜ ਕੇ ਨਵੰਬਰ 'ਚ ਪਹਿਲੇ ਪਾਣੀ ਦੇ ਨਾਲ ਨਿੰਬੂ ਲਾਉਂਦੇ ਆ, ਹਾਂਜੀ, ਉਹ ਵੀ ਲੱਗ ਜਾਂਦਾ? ਲੱਗ ਸਕਦਾ ਜੀ। ਜੀ ਬਹੁਤ ਸ਼ੁਕਰੀਆ ਜੀ ਮੀਆਂ ਸਾਹਿਬ, ਜ਼ਿੰਦਾਬਾਦ। ਬਿਸਮਿल्लाहिर्रहमानिर्रहीम। मैं मोहम्मद सरफराज इस वेले टोबा टेक सिंह फ्रूट मंडी के नज़दीक ਚੱਕ नंबर 328 जीम बे अहमद सईद नर्सरीज़ ਦੇ ਵਿੱਚ ਬੈਠਾ ਜੀ। ਇਸ ਵੇਲੇ ਮੇਰੇ ਨਾਲ ਨੇ ਅਹਿਮਦ ਸਈਦ ਨਰਸਰੀਜ਼ ਦੇ ਮਾਲਕ ਮੀਆਂ ਅਹਿਮਦ ਸਈਦ ਸਾਹਿਬ। ਮੀਆਂ ਸਾਹਿਬ ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਮੀਆਂ ਸਾਹਿਬ ਤੁਹਾਡੇ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਜੀ, ਬਹੁਤ ਸ਼ੁਕਰੀਆ ਜੀ ਤੁਹਾਡੀ ਮਹਿਮਾਨ ਨਵਾਜ਼ੀ ਦਾ, ਤੁਹਾਡੇ ਪਿਆਰ ਸ਼ਫਕਤ ਦਾ। ਤੇ ਤੁਹਾਡੇ ਨਾਲ ਗੱਲ ਕਰਾਂਗੇ ਜੀ ਅਸੀਂ ਗਾਵਾਂ ਦੇ ਮੁਤਲਕ। ਹਾਂਜੀ, ਪਹਿਲਾਂ ਤਾਂ ਇਹ ਦੱਸੋ ਜਿਹੜੀਆਂ ਪਾਕਿਸਤਾਨ ਦੇ ਵਿੱਚ ਕਮਰਸ਼ੀਅਲ ਬੁਨਿਆਦਾਂ ਤੇ ਗਾਵਾਂ ਦੀਆਂ ਕਿਸਮਾਂ ਚੱਲਦੀਆਂ ਆ, ਕਾਸ਼ਤਕਾਰ ਨੇ ਤਾਂ ਵੇਚਣ ਵਾਸਤੇ ਲਾਣਾ ਹੁੰਦਾ, ਕਾਸ਼ਤਕਾਰ ਦੇ ਹਵਾਲੇ ਨਾਲ ਉਹ ਕਿਹੜੀਆਂ ਕਿਹੜੀਆਂ ਜੀ? ਇਹ ਸਾਡੇ ਪਾਕਿਸਤਾਨ ਦੀਆਂ ਜ਼ਾਤੀ ਕਿਸਮਾਂ ਨੇ। ਇੱਕ ਤੇ ਹੈ ਗੋਲਾ ਜੀ, ਗੋਲਾ। ਇੱਕ ਰੈੱਡ ਕਲਰ ਦਾ ਸੰਦੂਰੀ ਆਂਦਾ ਹੈ, ਸੰਦੂਰੀ ਜੀ। ਛੋਟਾ ਸਾਈਜ਼ ਹੁੰਦਾ ਉਸ ਦਾ ਜੀ ਕਲਰ, ਉਹ ਉੱਤੋਂ ਰੈੱਡ ਲੈ ਆਂਦਾ ਜੀ। ਇੱਕ ਛੋਟੀ ਸਰਾਈ ਹੈ, ਇੱਕ ਜੀ। ਵੱਡੀ ਸਰਾਈ ਹੈ, ਜੀ ਇੱਕ ਸਿੰਧ ਤੋਂ ਆਂਦਾ ਹੈ ਸ਼ਿਕਾਰਪੁਰੀ ਗਾਵਾ। ਜੀ। ਤੇ ਇਹ 5-6 ਕਿਸਮਾਂ ਇਹ ਪਾਕਿਸਤਾਨ ਦੇ ਵਿੱਚ ਇਹ ਲੋਕਲ ਕਿਸਮਾਂ ਹੀ ਨੇ। ਇਹਨਾਂ ਦੇ ਵਿੱਚੋਂ ਤੁਸੀਂ ਰეკਮੈਂਡ ਕਿਹੜੀ ਕਰਦੇ ਆ ਜਿਹੜੀ ਜ਼ਿਆਦਾ ਪੈਦਾਵਾਰ ਦੇਵੇ? ਇਹ ਅਗਰ ਸਹੀ ਤਰੀਕੇ ਨਾਲ ਇਹਨਾਂ ਦੀ ਕਾਸ਼ਤਕਾਰੀ ਕੀਤੀ ਜਾਵੇ, ਇਹਨਾਂ ਦੀ ਸਹੀ ਤਰੀਕੇ ਨਾਲ ਪ੍ਰੋਨਿੰਗ ਕੀਤੀ ਜਾਵੇ, ਸਾਡੀਆਂ ਆਪਣੀਆਂ ਕਿਸਮਾਂ ਬਹੁਤ ਅੱਛੀਆਂ ਨੇ ਜੀ। ਇਹ ਸਾਰੀਆਂ ਹੀ ਪੈਦਾਵਾਰ ਬਿਲਕੁਲ ਸਹੀ ਤਰੀਕੇ ਨਾਲ ਅਗਰ ਅਸੀਂ ਇਹਨਾਂ ਦੀ ਮਲਚਿੰਗ ਕਰੀਏ, ਖਾਦਾਂ ਦਾ ਇਸਤੇਮਾਲ ਘੱਟ ਤੋਂ ਘੱਟ ਕਰੀਏ, ਜੀ। ਤੇ ਇਹ ਪੈਦਾਵਾਰ ਅੱਛੀ ਦੇ ਦਿੰਦੀਆਂ। ਅੱਛਾ ਮੀਆਂ ਸਾਹਿਬ ਯਕੀਨਨ ਤੁਹਾਡੀ ਨਰਸਰੀ ਤੋਂ ਇਹ ਕਿਸਮਾਂ ਲੱਭ ਜਾਂਦੀਆਂ ਹੋਣਗੀਆਂ? ਹਾਂਜੀ, ਲੱਭ ਜਾਂਦੀਆਂ। ਤੇ ਮੀਆਂ ਸਾਹਿਬ ਤੁਸੀਂ ਨਰਸਰੀ ਦਾ ਕਾਰੋਬਾਰ ਕਰਦੇ ਜਾਂ ਕਾਸ਼ਤਕਾਰ ਦਾ ਵੀ ਖਿਆਲ ਕਰਦੇ? ਮੈਂ ਖੁਦ ਕਾਸ਼ਤਕਾਰੀ ਵੀ ਕਰਨਾ ਹੈ, ਕਾਸ਼ਤਕਾਰਾਂ ਦਾ ਖਿਆਲ ਵੀ ਕਰਨਾ ਹੈ ਜੀ। ਤੇ ਖੁਦ ਪੌਦੇ ਵੀ ਤਿਆਰ ਕਰਨਾ ਹੈ। ਖੁਦ ਪੌਦੇ ਵੀ ਤਿਆਰ ਕਰਦੇ ਆ? ਹਾਂਜੀ। ਉਹ ਤੁਸੀਂ ਸੇਲ ਵੀ ਕਰਦੇ ਆ? ਸੇਲ ਵੀ ਜੇ ਕਰਦੇ। ਤੁਹਾਡੇ ਕੋਲ ਕੋਈ ਲੈਣ ਆ ਜਾਵੇ ਹਾਂਜੀ। ਤੇ ਤੁਸੀਂ ਉਹਦੇ ਕੱਪੜੇ ਨਹੀਂ ਲਾਉਂਦੇ? ਕੱਪੜੇ ਲਾਉਣ ਜ਼ਿੰਦਗੀ 'ਚ ਨਹੀਂ ਲਾਏ ਕਿਸੇ ਦੇ ਕੱਪੜੇ। ਮਾਸ਼ਾਅੱਲਾ, ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਸਿਹਤ ਤੰਦਰੁਸਤੀ ਦੇ। ਮੀਆਂ ਸਾਹਿਬ ਇਹ ਅਮਰੂਦ ਦੀ ਪਨੀਰੀ ਕਿੱਦਾਂ ਤਿਆਰ ਕਰੀ ਦੀ, ਕੋਈ ਤੁਸੀਂ ਸਾਨੂੰ ਦੱਸ ਸਕਦੇ? ਹਾਂਜੀ, ਅੱਛੇ ਸਿਲੈਕਟਿਵ ਜਿਹੜੇ ਤੁਹਾਡੇ ਬਾਗ ਦੇ ਪੌਦੇ ਨੇ, ਹਾਂਜੀ। ਉਹਨਾਂ 'ਚੋਂ ਤੁਸੀਂ ਅੱਛੇ ਅਮਰੂਦ ਤੁਸੀਂ ਉਹ ਤੋੜੋ, ਜੀ। ਉਹਨਾਂ ਨੂੰ 2 ਦਿਨ ਰੱਖੋ ਤਾਂ ਕਿ ਮਜ਼ੀਦ ਉਹ ਪੱਕ ਜਾਣ। ਜੀ। ਉਹਨਾਂ ਦੇ ਵਿੱਚੋਂ ਫਿਰ ਤੁਸੀਂ ਉਹਨਾਂ ਦਾ ਗੁੱਦਾ ਕੱਢ ਕੇ ਜੀ। 1 ਦਿਨ ਵਾਸਤੇ ਉਹਨਾਂ ਨੂੰ ਮਜ਼ੀਦ ਰੱਖੋ ਗੁੱਦੇ ਨੂੰ। ਜੀ। ਉਸ ਤੋਂ ਬਾਅਦ ਉਸ ਨੂੰ ਅੱਛੀ ਤਰ੍ਹਾਂ ਮਲ ਕੇ ਜੀ। ਛਾਨਣੀ ਦੇ ਵਿੱਚ ਗੁੱਦਾ ਥੱਲੇ ਚਲੇ ਜਾਵੇ ਤੇ ਬੀ ਉਹਦਾ ਉੱਤੇ ਰਹਿ ਜਾਂਦਾ ਹੈ। ਕੋਈ ਪਾਣੀ ਵਗੈਰਾ ਵੀ ਪਾਣਾ ਜਾਂ ਉੱਦਾਂ ਹੀ ਮਲਣਾ? ਪਾਣੀ
ਪਹਿਲੇ ਉਹਨੂੰ ਮਲਣਾ, ਬਾਅਦ ਦੇ ਵਿੱਚ ਪਾਣੀ ਪਾ ਕੇ ਜਿਹੜੀ ਉਸ ਦਾ ਗੁੱਦਾ ਵਗੈਰਾ ਹੈ ਉਹ ਥੱਲੇ ਬੀਜ ਥੱਲੇ ਬਹਿ ਜਾਂਦਾ ਹੈ, ਗੁੱਦਾ ਹਾਂਜੀ। ਉੱਤੇ ਆ ਜਾਂਦਾ ਹੈ, ਹਾਂਜੀ ਤੇ ਉਹ ਤੁਸੀਂ ਬੀਜ ਜਿਹੜਾ ਥੱਲੇ ਵਾਲਾ ਹਿੱਸਾ ਹੈ ਉਹ ਤੁਸੀਂ ਕੱਢ ਲਓ, ਜੀ। ਉਹਨੂੰ ਸੁਕਾ ਲਓ ਜੀ। ਤੇ ਬੀਜ ਤਿਆਰ ਹੋ ਜਾਏ। ਤੇ ਫਿਰ ਉਹਨੂੰ ਬੀਜਣਾ ਕਿੱਦਾਂ? ਬੀਜਣ ਵਾਸਤੇ ਤੁਸੀਂ ਇੱਕ ਦਿਨ ਵਾਸਤੇ ਉਹਨੂੰ ਤੁਸੀਂ ਭਿਉਂ ਲਓ ਪਾਣੀ ਦੇ ਵਿੱਚ, ਅੱਛਾ ਜੀ। ਫਿਰ ਥੈਲੀਆਂ ਦੇ ਵਿੱਚ ਡਾਇਰੈਕਟ ਲਗਾਓ ਤਾਂ ਕਿ ਦੂਸਰੀ ਜਗ੍ਹਾ ਤੇ ਮੁੰਤਕਿਲ ਜਿਸ ਲਈ ਅਸੀਂ ਕਰਨੇ ਆ ਉਹ 20-25 ਦਿਨ ਪੌਦਾ ਵੈਸੇ ਬੇਸੁੱਧ ਹੋ ਜਾਂਦਾ ਹੈ। ਜੀ। ਅਗਰ ਅਸੀਂ ਥੈਲੀਆਂ 'ਚ 2-2 3-3 ਬੀਜ ਕਾਸ਼ਤ ਕਰਨੇ ਆ ਜੀ। ਤੇ ਉਹਨਾਂ ਦੇ ਵਿੱਚੋਂ ਜਿਹੜੇ ਇਜ਼ਾਫੀ ਪੌਦੇ ਨੇ ਉਹ ਕੱਢ ਲਓ, ਬਾਕੀ ਇੱਕ ਇੱਕ ਜਿਹੜਾ ਪੌਦਾ ਬਚਦਾ ਹੈ ਜੀ। ਉਹ 3 ਤੋਂ 6 ਮਹੀਨੇ ਦੇ ਦਰਮਿਆਨ ਉਹ 2 ਤੋਂ 2.5 ਫੁੱਟ ਦਾ ਪੌਦਾ ਤਿਆਰ ਉਹ ਹੋ ਤਿਆਰ ਜਾਂਦਾ। ਹੋ ਜਾਂਦਾ। ਉਹ ਜਿਹੜੇ ਲਿਫਾਫੇ ਹੋਣੇ ਉਹਨਾਂ ਦਾ ਸਾਈਜ਼ ਕੀ ਹੋਣਾ? ਉਹਨਾਂ ਦਾ ਸਾਈਜ਼ 3x4 ਦਾ 3x4 ਦੇ ਲਿਫਾਫੇ ਚਾਰ ਲੈ ਦਾ, ਕੇ ਉਹਨਾਂ ਹਾਂਜੀ। ਦੇ ਵਿੱਚੋਂ ਲਾ ਦੇਣਾ। ਹਾਂਜੀ। ਉਹਨੂੰ ਪਾਣੀ ਵਗੈਰਾ ਕਿੱਦਾਂ ਲਾਣਾ ਜੀ? ਪਾਣੀ ਉਹਨੂੰ ਉਸ ਦੇ ਵਿੱਚ ਸੁਰਾਖ ਕੱਢਣੇ ਨੇ ਥੈਲੀਆਂ ਦੇ ਵਿੱਚ, ਹਾਂਜੀ। ਰੇਤਲੀ ਮੈਰਾ ਮਿੱਟੀ ਦਾ ਇਸਤੇਮਾਲ ਕਰਨਾ ਹੈ। ਹਾਂਜੀ। ਬੀਜ ਦੇ ਉੱਤੇ ਤੁਸੀਂ ਕੋਸ਼ਿਸ਼ ਕਰੋ ਕਿ ਪੀਟ ਮਾਸ ਜਾਂ ਕੰਪੋਸਟ ਜੀ। ਉਹ ਮਿਲ ਜਾਵੇ। ਉਹਦੇ ਵਿੱਚ ਚੌਥਾ ਕੁ ਹਿੱਸਾ ਮਿੱਟੀ ਮਿਲਾਓ ਜੀ। ਤੇ ਜਿਤਨਾ ਬੀਜ ਦਾ ਹੁਜਮ ਹੈ, ਕੁਦਰਤ ਦਾ ਅਸੂਲ ਹੈ ਕਿ ਜਿਤਨਾ ਬੀਜ ਦਾ ਹੁਜਮ ਹੋਏਗਾ ਉਤਨੀ ਹੀ ਉੱਤੇ ਮਿੱਟੀ ਆਵੇ, ਜੀ। ਫਿਰ ਉਹ ਬੀਜ ਬਿਲਕੁਲ ਸਹੀ ਜਰਮੀਨੇਟ ਕਰਦਾ ਹੈ। ਜੀ। ਅਗਰ ਤੁਸੀਂ ਮਿੱਟੀ ਜ਼ਿਆਦਾ ਪਾਓਗੇ ਫਿਰ ਵੀ ਨਹੀਂ ਜੰਮੇਗਾ। ਜੀ। ਅਗਰ ਮਿੱਟੀ ਥੋੜੀ ਪਾਈ ਉਸ ਦੇ ਬੀਜ ਤੋਂ ਹੁਜਮ ਤੋਂ ਥੋੜੀ ਪਾਈ ਫਿਰ ਵੀ ਨਹੀਂ ਉੱਗੇਗਾ। ਲੇਕਿਨ ਇਹ ਅਮਰੂਦ ਦਾ ਬੀਜ ਐਸਾ ਹੈ ਕਿ ਅਗਰ ਇਹ ਨਹੀਂ ਜਰਮੀਨੇਟ ਕਰਦਾ ਤੇ 6-6 ਮਹੀਨੇ ਬਾਅਦ ਜਿਸ ਲਈ ਇਹਨੂੰ ਸਹੀ ਮੌਕਾ ਮਿਲਦਾ ਹੈ ਫਿਰ ਦੁਬਾਰਾ ਜਰਮੀਨੇਟ ਕਰ ਜਾਂਦਾ। ਫਿਰ ਜੋਗ ਪੈਂਦਾ। ਹਾਂਜੀ। ਠੀਕ। ਤੇ ਪਾਣੀ ਕਿੰਨਾ ਕੁ ਲਾਣਾ ਨਰਸਰੀ ਨੂੰ, ਜਿਹੜੀ ਨਰਸਰੀ ਲਿਫਾਫਿਆਂ ਨੂੰ ਚ ਲਾਇਆ? ਪਾਣੀ ਰੂਟੀਨ ਦੇ ਮੁਤਾਬਕ ਲਗਾਉਣਾ ਹੈ। ਜੀ। 8ਵੇਂ ਦਿਨ ਜਿਸ ਦੌਰਾਨ ਇਹ ਉੱਗਣ ਤੇ ਆ ਜਾਵੇ ਉਸ ਲਈ ਇਹਦੀ ਨਮੀ ਹਰ ਸੂਰਤ ਬਰਕਰਾਰ ਰੱਖਣੀ ਤਾਂ ਕਿ ਬੀਜ ਨੂੰ ਬਾਹਰ ਆਉਣ ਲੱਗੇ ਆਸਾਨੀ ਹੋ ਜਾਏ। ਸ਼ਾਵਰ ਦੇ ਨਾਲ ਲਾਣਾ ਜਾਂ ਥੱਲੇ ਵੀ? ਸ਼ਾਵਰ ਕਦੀ ਨਾ ਇਸ ਦੇ ਉੱਤੇ ਕਰੋ, ਉੱਤੇ ਫਿਰ ਜ਼ਮੀਨ ਸਖਤ ਹੋ ਜਾਂਦੀ, ਥੱਲੋਂ ਦੀ ਪਾਣੀ ਦਿਓ ਜ਼ਮੀਨ ਦੇ ਲਿਫਾਫਿਆਂ ਨਾਲ। ਨੂੰ? ਥੈਲੀ 'ਚ ਜਿਹੜੇ ਸੁਰਾਖ ਨੇ ਉਹ ਖੁਦ ਸੱਕ ਕਰ ਲੈਂਦੇ ਨੇ ਪਾਣੀ, ਠੀਕ ਹੈ ਜੀ। ਉਹ ਖੁਦ ਹੀ ਸੱਕ ਕਰਨਗੇ ਤੇ ਇਹ ਸਾਰੀ ਥੈਲੀ 'ਚ ਰੇਤ ਪਾਣੀ ਦੀ ਆ ਜਾਏਗੀ। ਜੀ ਠੀਕ। ਮੀਆਂ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ Thank you. ਬੀ ਉਗਾਉਣ ਦਾ ਨਰਸਰੀ ਦਾ ਤਰੀਕਾ ਦੱਸਿਆ ਜੀ। ਹਾਂਜੀ।